ਖੇਤੀਬਾੜੀ ਕਾਨੂੰਨ ਨੂੰ ਲੈ ਕੇ ਸਰਕਾਰ ਦੀ ਮਨਸ਼ਾ ਕੀ ਨਜ਼ਰ ਆ ਰਹੀ ਹੈ? ਲਗਾਤਾਰ ਜ਼ੋਰ ਲਾਇਆ ਹੋਇਆ ਵਿਰੋਧੀ ਧਿਰਾਂ ਨੇ ਵੀ, ਸਾਰੀਆਂ ਪਾਰਟੀਆਂ ਕਹਿ ਰਹੀਆਂ ਕਿ ਹੁਣ ਤਾਂ ਅਸੀਂ ਕਿਸਾਨ ਹਿਤੈਸ਼ੀ ਹਾਂ। ਸਰਕਾਰ ਦੀ ਨੀਅਤ ਜੇ ਸਾਫ਼ ਹੁੰਦੀ ਤਾਂ ਇੱਥੇ ਤੱਕ ਮਾਮਲਾ ਨਹੀਂ ਜਾਣਾ ਚਾਹੀਦਾ ਸੀ। 600 ਤੋਂ ਵੱਧ ਮੌਤਾਂ ਹੋ ਗਈਆਂ ਤੇ ਸਰਕਾਰ ਕਹਿ ਰਹੀ ਹੈ ਸਾਡੇ ਕੋਲੇ ਕੋਈ ਅੰਕੜੇ ਹੈ ਨਹੀਂ ਮਰਨ ਦਾ। 8 ਮਹੀਨਿਆਂ ਦੇ ਵਿੱਚ ਉਹਨਾਂ ਨੇ ਠੰਡ ਦਾ ਵੀ ਸਾਹਮਣਾ ਕੀਤਾ ਹੈ, 48 ਡਿਗਰੀ ਸੈਲਸੀਅਸ ਦਾ ਗਰਮੀ ਦਾ ਵੀ ਸਾਹਮਣਾ ਕੀਤਾ ਹੈ। ਹੁਣ ਤਾਂ ਘੱਟੋ ਘੱਟ ਬੀਜੇਪੀ ਵਾਲਿਆਂ ਨੂੰ ਇਹ ਸ਼ਰਮ ਆਉਣੀ ਚਾਹੀਦੀ ਹੈ ਕਹਿੰਦਿਆਂ ਨੂੰ ਕਿ ਪਿਕਨਿਕ ਮਨਾਉਣ ਆਏ ਨੇ। ਜਦੋਂ ਕਿਸਾਨ ਹੀ ਕਹਿੰਦੇ ਨੇ ਕਿ ਸਾਨੂੰ ਕੋਈ ਜ਼ਿੰਦਗੀ ਬਦਲਣ ਦੀ ਲੋੜ ਨਹੀਂ, ਕਾਨੂੰਨ ਵਾਪਸ ਲੈ ਲਓ, ਸਾਨੂੰ ਨਹੀਂ ਚਾਹੀਦਾ, ਤਾਂ ਫਿਰ ਮੈਨੂੰ ਇਹ ਦੱਸੋ ਕਿ ਇਹਨਾਂ ਕਾਨੂੰਨਾਂ ਨੂੰ ਵਾਪਸ ਲੈਣ ਦਾ ਨੁਕਸਾਨ ਕਿਹਨੂੰ ਹੈ? ਇਹਦਾ ਮਤਲਬ ਕੋਈ ਤੀਜਾ ਬੰਦਾ ਹੈ। ਕਿਸਾਨ ਕਹਿੰਦੇ ਕਿ ਸਾਰੀਆਂ ਪਾਰਟੀਆਂ ਹੁਣ ਸਾਡੀ ਹਮਾਇਤ ਕਰ ਰਹੀਆਂ, ਪਰ ਪਹਿਲਾਂ ਜਦੋਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਦਾ ਸਮਾਂ ਸੀਗਾ ਉਦੋਂ ਉਹ ਲੋਕ ਨਾਲ ਖੜਦੇ ਨਜ਼ਰ ਨਹੀਂ ਆਏ। ਅਕਾਲੀ ਦਲ ਉਸ ਵੇਲੇ ਸਰਕਾਰ ਦਾ ਹਿੱਸਾ ਸੀ। 5 ਜੂਨ ਨੂੰ ਜਿਹੜੀ ਕੈਬਨਿਟ ਦੇ ਵਿੱਚ ਇਹ ਆਰਡੀਨੈਂਸ ਆਇਆ ਸੀ ਉਹਦੇ ਵਿੱਚ ਹਰਸਿਮਰਤ ਕੌਰ ਮੌਜੂਦ ਸੀ। ਅੱਜ ਤਖਤੀਆਂ ਲੈ ਕੇ ਖੜਨ ਦੀ ਬਜਾਏ ਜੇ ਉਸ ਦਿਨ ਮੁਰਦਾਬਾਦ ਕਹਿ ਕੇ ਬਾਹਰ ਆ ਜਾਂਦੇ, ਦੇਸ਼ ਦੇ ਅੰਨਦਾਤੇ ਦਾ ਧਿਆਨ ਕਰੀਏ। ਉਹ ਵੀ ਆਪਣੀ ਸੰਸਦ ਲਾ ਰਹੇ ਨੇ ਜੰਤਰ ਮੰਤਰ ਤੇ, ਆਪਣੇ ਬਥੇਰੀ ਵਾਰੀ ਸਰਕਾਰਾਂ ਤੋਂ ਗਲਤ ਕਾਨੂੰਨ ਬਣੇ ਨੇ, ਵਾਪਸ ਵੀ ਹੋਏ ਨੇ। ਜਦੋਂ ਵੀ ਕਿਤੇ ਕਾਨੂੰਨ ਬਣਦਾ ਲੋਕ ਬਰਫੀਆਂ ਲੱਡੂ ਵੰਡਦੇ ਨੇ। ਇੱਥੇ ਜਦੋਂ ਕਾਨੂੰਨ ਬਣਦਾ ਬੀਜੇਪੀ ਸਰਕਾਰ 'ਚ ਲੋਕ ਸੜਕਾਂ ਤੇ ਆ ਕੇ ਨਾਅਰੇ ਲਾਉਂਦੇ ਨੇ। ਤੁਹਾਡੇ ਮਨ ਕੀ ਬਾਤ ਤਾਂ ਲੋਕਾਂ ਨੇ ਸੁਣ ਲਈ, ਤੁਹਾਨੂੰ 2 ਵਾਰੀ ਪ੍ਰਧਾਨ ਮੰਤਰੀ ਬਣਾਤਾ। ਹੁਣ ਕਿਸਾਨਾਂ ਦੀ, ਦੇਸ਼ ਦੇ ਨਾਗਰਿਕਾਂ ਦੀ, ਬੇਰੁਜ਼ਗਾਰਾਂ ਦੀ, ਉਹਨਾਂ ਦੀ ਮਨ ਕੀ ਬਾਤ ਸੁਣੋ। ਖੇਤੀਬਾੜੀ ਕਾਨੂੰਨ ਕੇਂਦਰ ਸਰਕਾਰ ਲੈ ਕੇ ਆਈ ਔਰ ਉਸ ਤੋਂ ਬਾਅਦ ਲਗਾਤਾਰ ਵਿਰੋਧ ਹੋਇਆ। ਜਦੋਂ ਦੇ ਕਿਸਾਨ ਬਾਰਡਰਾਂ ਤੇ ਬੈਠੇ ਆ ਕੇ ਜਿਹੜੇ ਹਮਾਇਤ ਕਰਦੇ ਨਜ਼ਰ ਆ ਰਹੇ ਸੀ ਉਹ ਵੀ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਭੁਗਤ ਰਹੇ ਨੇ ਔਰ ਲਗਾਤਾਰ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਕਿ ਖੇਤੀਬਾੜੀ ਕਾਨੂੰਨ ਰੱਦ ਹੋਣ। ਭਗਵੰਤ ਮਾਨ ਲਗਾਤਾਰ ਪਾਰਲੀਮੈਂਟ ਦੇ ਵਿੱਚ ਬੋਲਦੇ ਆਏ ਨੇ। ਭਗਵੰਤ ਮਾਨ ਪਾਰਲੀਮੈਂਟ ਜਾਣ ਤੋਂ ਪਹਿਲਾਂ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਾਂਗੇ। ਪ੍ਰੋ ਪੰਜਾਬ ਟੀਵੀ ਤੇ ਮਾਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ। ਮਿਹਰਬਾਨੀ ਵਿਕਰਮ ਜੀ। ਲਗਾਤਾਰ 6ਵੇਂ ਦਿਨ ਮੋਸ਼ਨ ਪਾਇਆ ਤੁਸੀਂ ਔਰ ਕਿਸ ਤਰ੍ਹਾਂ ਦੇਖਦੇ ਹੋ ਖੇਤੀਬਾੜੀ ਕਾਨੂੰਨ ਨੂੰ ਲੈ ਕੇ ਸਰਕਾਰ ਦੀ ਮਨਸ਼ਾ ਕੀ ਨਜ਼ਰ ਆ ਰਹੀ ਹੈ? ਲਗਾਤਾਰ ਜ਼ੋਰ ਲਾਇਆ ਹੋਇਆ ਵਿਰੋਧੀ ਧਿਰਾਂ ਨੇ ਵੀ, ਸਾਰੀਆਂ ਪਾਰਟੀਆਂ ਕਹਿ ਰਹੀਆਂ ਕਿ ਹੁਣ ਤਾਂ ਅਸੀਂ ਕਿਸਾਨ ਹਿਤੈਸ਼ੀ ਹਾਂ। ਦੇਖੋ, ਸਰਕਾਰ ਦੀ ਨੀਅਤ ਜੇ ਸਾਫ਼ ਹੁੰਦੀ ਤਾਂ ਇੱਥੇ ਤੱਕ ਮਾਮਲਾ ਨਹੀਂ ਜਾਣਾ ਚਾਹੀਦਾ ਸੀ। 600 ਤੋਂ ਵੱਧ ਮੌਤਾਂ ਹੋ ਗਈਆਂ ਤੇ ਸਰਕਾਰ ਕਹਿ ਰਹੀ ਹੈ ਸਾਡੇ ਕੋਲੇ ਕੋਈ ਅੰਕੜੇ ਹੈ ਨਹੀਂ ਮਰਨ ਦਾ ਕਿ ਕਿੰਨੇ ਬੰਦੇ ਮਰ ਗਏ। ਤੇ 8 ਮਹੀਨੇ ਹੋ ਗਏ ਉਹਨਾਂ ਨੂੰ। ਹੁਣ 8 ਮਹੀਨੇ ਤੋਂ ਅੱਜ 1 ਦਿਨ ਵੱਧ ਹੋ ਗਿਆ, 27 ਤਰੀਕ ਹੋ ਗਈ। ਉਹ 26 ਨਵੰਬਰ ਦੇ ਆਏ ਹੋਏ ਨੇ ਤੇ ਕੱਲ ਉਹਨਾਂ ਨੂੰ 8 ਮਹੀਨੇ ਹੋਏ ਨੇ। 8 ਮਹੀਨਿਆਂ ਦੇ ਵਿੱਚ ਉਹਨਾਂ ਨੇ 2 ਡਿਗਰੀ ਸੈਲਸੀਅਸ ਦਾ ਠੰਡ ਦਾ ਵੀ ਸਾਹਮਣਾ ਕੀਤਾ ਹੈ। 8 ਮਹੀਨਿਆਂ ਦੇ ਵਿੱਚ ਉਹਨਾਂ ਨੇ 48 ਡਿਗਰੀ ਸੈਲਸੀਅਸ ਦਾ ਗਰਮੀ ਦਾ ਵੀ ਸਾਹਮਣਾ ਕੀਤਾ ਹੈ। ਹਨੇਰੀਆਂ, ਤੂਫਾਨ, ਮੀਂਹ, ਝੱਖੜ ਸਭ ਚੱਲੇ ਨੇ ਉਹਨਾਂ ਨੇ। ਤੇ ਹੁਣ ਤਾਂ ਘੱਟੋ ਘੱਟ ਬੀਜੇਪੀ ਵਾਲਿਆਂ ਨੂੰ ਇਹ ਸ਼ਰਮ ਆਉਣੀ ਚਾਹੀਦੀ ਹੈ ਕਹਿੰਦਿਆਂ ਨੂੰ ਕਿ ਪਿਕਨਿਕ ਮਨਾਉਣ ਆਏ ਨੇ। ਪਿਕਨਿਕ ਤਾਂ ਨਹੀਂ ਮਨਾਉਣ ਆਏ, ਉਹ ਆਪਦੇ ਪਰਿਵਾਰਾਂ ਸਮੇਤ। ਅੱਜ ਵੀ ਉਹਨਾਂ ਦੇ ਟੈਂਟਾਂ ਦੇ ਵਿੱਚ 2-2 ਫੁੱਟ ਪਾਣੀ ਖੜਾ ਹੈ ਉੱਥੇ, ਠੀਕ ਹੈ। ਤੇ ਕੋਈ ਗਰਮੀ ਸਰਦੀਆਂ 'ਚ ਬਾਹਰ ਖੁੱਲੇ ਅਸਮਾਨ ਥੱਲੇ ਆਪਦੇ ਜਵਾਕਾਂ ਨੂੰ ਲੈ ਕੇ ਪਿਕਨਿਕ ਮਨਾਉਂਦਾ ਹੁੰਦਾ। ਮਵਾਲੀ, ਗੁੰਡੇ, ਕਦੇ ਪਤਾ ਨਹੀਂ ਅੱਤਵਾਦੀ, ਪਤਾ ਨਹੀਂ ਵੱਖਵਾਦੀ, ਨਕਸਲੀ, ਦੇਸ਼ ਧਰੋਹੀ, ਪਤਾ ਨਹੀਂ ਕੀ ਕੋਈ ਇਹੋ ਜਿਹਾ ਲਫ਼ਜ਼ ਨਹੀਂ ਰਿਹਾ ਜਿਹੜਾ ਉਹਨਾਂ ਵਾਸਤੇ ਨਾ ਵਰਤਿਆ ਹੋਵੇ। ਪਰ ਕਿਸਾਨ ਜਿਹੜੇ ਨੇ ਉਹ ਦ੍ਰਿੜ ਨੇ, ਜਿਹੜੇ ਮਿੱਟੀ ਨਾਲ ਮਿੱਟੀ ਹੋ ਕੇ ਸੋਨਾ ਗਾ ਲੈਂਦੇ ਨੇ। ਤੁਸੀਂ ਉਹਨਾਂ ਦੀ ਮਿਹਨਤ ਤੇ ਜਾਂ ਉਹਨਾਂ ਦੀ ਦ੍ਰਿੜ ਨਿਸ਼ਚੇ ਤੇ ਸ਼ੱਕ ਨਹੀਂ ਕਰ ਸਕਦੇ। ਸੋ ਜਿਹੜੇ ਬੰਦਿਆਂ ਵਾਸਤੇ ਕਾਨੂੰਨ ਬਣਾਇਆ, ਪ੍ਰਧਾਨ ਮੰਤਰੀ ਕਹਿ ਰਿਹਾ ਕਿ ਜਿਹੜਾ ਮੈਂ ਕਾਨੂੰਨ ਬਣਾਇਆ ਇਹ ਕਿਸਾਨਾਂ ਦੀ ਜ਼ਿੰਦਗੀ ਬਦਲ ਦੂਗਾ। ਜਦੋਂ ਕਿਸਾਨ ਹੀ ਕਹਿੰਦੇ ਨੇ ਕਿ ਸਾਨੂੰ ਕੋਈ ਜ਼ਿੰਦਗੀ ਬਦਲਣ ਦੀ ਲੋੜ ਨਹੀਂ, ਕਾਨੂੰਨ ਵਾਪਸ ਲੈ ਲਓ, ਸਾਨੂੰ ਨਹੀਂ ਚਾਹੀਦਾ, ਤਾਂ ਫਿਰ ਮੈਨੂੰ ਇਹ ਦੱਸੋ ਕਿ ਇਹਨਾਂ ਕਾਨੂੰਨਾਂ ਨੂੰ ਵਾਪਸ ਲੈਣ ਦਾ ਨੁਕਸਾਨ ਕਿਹਨੂੰ ਹੈ? ਇਹਦਾ ਮਤਲਬ ਕੋਈ ਤੀਜਾ ਬੰਦਾ ਹੈ ਜਿਹਨੂੰ ਨੁਕਸਾਨ ਹੋ ਰਿਹਾ। ਜੇ ਸਰਕਾਰ ਨੇ ਕਾਨੂੰਨ ਕਿਸਾਨਾਂ ਵਾਸਤੇ ਬਣਾਏ ਹੁੰਦੇ, ਕਿਸਾਨ ਵਿਰੋਧ ਕਰ ਰਹੇ ਨੇ, ਸਰਕਾਰ ਵਾਪਸ ਲੈ ਲੈਂਦੀ। ਕੋਈ ਬੰਦਾ ਹੈ ਜਿਹਦੇ ਵਾਸਤੇ ਕਾਨੂੰਨ ਬਣਾਏ ਨੇ, ਕੋਈ ਬੰਦਾ ਹੈ ਜਿਨ੍ਹਾਂ ਨੇ ਇਹਨਾਂ ਕਾਨੂੰਨਾਂ ਦੇ ਕਲੌਜ਼ ਬਣਵਾਏ ਨੇ, ਪੂੰਜੀਪਤੀ ਨੇ ਜਿਨ੍ਹਾਂ ਤੋਂ ਕਰੋੜਾਂ ਰੁਪਈਆਂ ਦਾ ਫੰਡ ਲੈ ਚੁੱਕੀ ਹੈ ਸਰਕਾਰ। ਲਗਾਤਾਰ ਇਸੇ ਚੀਜ਼ ਤੇ ਆਵਾਜ਼ ਚੁੱਕਦੇ ਰਹੋਗੇ ਕਿਉਂਕਿ ਕਿਸਾਨ ਕਹਿੰਦੇ ਕਿ ਸਾਰੀਆਂ ਪਾਰਟੀਆਂ ਹੁਣ ਸਾਡੀ ਹਮਾਇਤ ਕਰ ਰਹੀਆਂ, ਪਰ ਪਹਿਲਾਂ ਜਦੋਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਦਾ ਸਮਾਂ ਸੀਗਾ ਉਦੋਂ ਉਹ ਲੋਕ ਨਾਲ ਖੜਦੇ ਨਜ਼ਰ ਨਹੀਂ ਆਏ ਕਿਸਾਨਾਂ ਦੇ, ਕਿਉਂਕਿ ਕਿਸਾਨੀ ਦੇ ਮਸਲੇ ਤੇ ਉਦੋਂ ਗੱਲ ਹੁੰਦੀ, ਉਦੋਂ ਵਿਰੋਧ ਹੁੰਦਾ ਖੇਤੀਬਾੜੀ ਕਾਨੂੰਨਾਂ ਦਾ, ਤਾਂ ਸ਼ਾਇਦ ਸਰਕਾਰ ਨੂੰ ਦਿੱਕਤ ਆਉਂਦੀ ਕਾਨੂੰਨ ਲੈ ਕੇ ਆਉਣ ਦੇ ਵਿੱਚ। ਦੇਖੋ, ਅਕਾਲੀ ਦਲ ਉਸ ਵੇਲੇ ਸਰਕਾਰ ਦਾ ਹਿੱਸਾ ਸੀ। 5 ਜੂਨ ਨੂੰ ਜਿਹੜੀ ਕੈਬਨਿਟ ਦੇ ਵਿੱਚ ਇਹ ਆਰਡੀਨੈਂਸ ਆਇਆ ਸੀ ਉਹਦੇ ਵਿੱਚ ਹਰਸਿਮਰਤ ਕੌਰ ਮੌਜੂਦ ਸੀ। ਚੰਗਾ ਹੁੰਦਾ ਅੱਜ ਤਖਤੀਆਂ ਲੈ ਕੇ ਖੜਨ ਦੀ ਬਜਾਏ ਜੇ ਉਸ ਦਿਨ ਮੁਰਦਾਬਾਦ ਕਹਿ ਕੇ ਬਾਹਰ ਆ ਜਾਂਦੀ, ਬਾਹਰ ਪ੍ਰੈਸ ਨੂੰ ਦੱਸ ਦਿੰਦੀ ਕਿ ਇੱਕ ਕਾਨੂੰਨ ਐਸਾ ਲੈ ਕੇ ਆ ਰਹੇ ਨੇ ਜਿਹੜਾ ਕਿਸਾਨਾਂ ਨੂੰ ਖਤਮ ਕਰ ਦੂਗਾ, ਖੇਤੀ ਉਹਨਾਂ ਦੀ ਜ਼ਮੀਨ ਖੋਲੂਗਾ, ਉਹਨਾਂ ਦੀ ਧਰਤੀ ਨੂੰ ਮਾਂ ਕਿਹਾ ਜਾਂਦਾ, ਉਹਨਾਂ ਦੇ ਚੁੱਲ੍ਹਿਆਂ ਦੀ ਅੱਗ ਬੁੱਝੂਗੀ, ਤਾਂ ਸ਼ਾਇਦ ਅੱਜ ਆਹ ਦਿਨ ਨਾ ਦੇਖਣੇ ਪੈਂਦੇ। तो विरोध कर रहे हैं लगातार मान साहब 2.5 महीने तो तारीफ करी गए।
ਹੁਣ ਉਹ ਤਖਤੀਆਂ ਲੈ ਕੇ ਖੜੇ ਨੇ, ਲੋਕ ਯਕੀਨ ਹੀ ਨਹੀਂ ਕਰਦੇ। ਕਹਿੰਦੇ ਪਹਿਲਾਂ ਤੁਸੀਂ ਸਾਈਨ ਕਰਤੇ, ਹੁਣ ਤੁਸੀਂ ਕਹਿੰਦੇ ਹੋ ਕਾਨੂੰਨ ਹੀ ਬਹੁਤ ਮਾੜੇ ਨੇ। ਪਹਿਲਾਂ 2.5 ਮਹੀਨੇ ਸਾਰਾ ਟੱਬਰ ਕਹੀ ਗਿਆ ਕਾਨੂੰਨ ਹੀ ਬਹੁਤ ਚੰਗੇ ਨੇ। ਆਮ ਆਦਮੀ ਪਾਰਟੀ 5 ਜੂਨ ਤੋਂ ਅੱਜ ਤੱਕ ਸੜਕ ਤੇ, ਸੰਸਦ 'ਚ, ਵਿਧਾਨ ਸਭਾ 'ਚ ਜਿੰਨਾ ਵੀ ਸਾਡੇ ਕੋਲੇ ਲੋਕਾਂ ਦੁਆਰਾ ਬਖਸ਼ੀ ਹੋਈ ਤਾਕਤ ਹੈ, ਅਸੀਂ ਉਹ ਤਾਕਤ ਕਿਸਾਨਾਂ ਲਈ ਵਰਤ ਰਹੇ ਹਾਂ। ਤੋ ਕਿਉਂਕਿ ਖੁਦ ਮੈਂ ਸੰਗਰੂਰ ਤੋਂ ਜਿੱਤ ਕੇ ਆਉਣਾ। ਸੰਗਰੂਰ ਜ਼ਿਲ੍ਹਾ ਪੰਜਾਬ ਦੇ ਵਿੱਚ ਸਭ ਤੋਂ ਵੱਧ ਝੋਨਾ ਤੇ ਸਭ ਤੋਂ ਵੱਧ ਕਣਕ ਪੈਦਾ ਕਰਦਾ। ਜੇ ਪ੍ਰੋਡਕਸ਼ਨ ਪੈਦਾ ਜ਼ਿਆਦਾ ਹੁੰਦੀ ਹੈ ਤਾਂ ਮਤਲਬ ਕਿਸਾਨ ਵੀ ਜ਼ਿਆਦਾ ਨੇ, ਖੇਤੀ ਕਰਨ ਵਾਲੇ ਲੋਕ ਜ਼ਿਆਦਾ ਨੇ। ਤਾਂ ਮੈਂ ਖੇਤੀ ਕਰਨ ਵਾਲੇ ਲੋਕਾਂ ਨੇ ਚੁਣਿਆ ਹੋਇਆ, ਲਗਭਗ ਜ਼ਿਆਦਾਤਰ ਖੇਤੀ ਵਾਲੇ ਨੇ। ਮੰਡੀਆਂ ਵੀ ਹੈਗੀਆਂ ਨੇ, ਬਰਨਾਲਾ ਮੰਡੀ ਹੈ, ਧੂਰੀ ਮੰਡੀ ਹੈ, ਸੰਗਰੂਰ ਮੰਡੀ ਹੈ, ਖਨੌਰੀ ਮੰਡੀ ਹੈ, ਲਹਿਰਾ ਮੰਡੀ ਹੈ, ਭਵਾਨੀਗੜ੍ਹ, ਦਿੜਬਾ ਤੋਂ। ਪਰ ਜ਼ਿਆਦਾਤਰ ਖੇਤੀ ਤੇ ਆਧਾਰਿਤ ਨੇ। ਮੰਡੀਆਂ ਵੀ ਖੇਤੀ ਤੇ ਆਧਾਰਿਤ ਹੀ ਨੇ। ਆੜਤੀਏ ਨੇ, ਉਹ ਟਰੈਕਟਰਾਂ ਰਿਪੇਅਰ ਵਾਲੇ ਨੇ ਜਾਂ ਸਪੇਅਰ ਪਾਰਟ ਵਾਲੇ ਨੇ। ਸੋ ਮੈਨੂੰ ਉਹਨਾਂ ਨੇ ਚੁਣ ਕੇ ਭੇਜਿਆ ਤਾਂ ਮੇਰਾ ਫਰਜ਼ ਬਣਦਾ ਕਿ ਮੈਂ ਮੇਰੇ ਲੋਕਾਂ ਜਿਨ੍ਹਾਂ ਨੇ ਮੈਨੂੰ ਚੁਣ ਕੇ ਭੇਜਿਆ, ਮੈਂ ਉਹਨਾਂ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਵਾਂ। ਪੈਗਾਸਸ ਤੇ ਚਰਚਾ ਹੋ ਰਹੀ ਹੈ ਔਰ ਤੁਹਾਨੂੰ ਲੱਗਦਾ ਨਹੀਂ ਕਿ ਹਰਸਿਮਰਤ ਬਾਦਲ ਹੋਣਾ ਨੇ ਵੀ ਕਿਹਾ, ਟਵੀਟ ਵੀ ਕੀਤਾ ਉਹਨਾਂ ਨੇ ਕਿਹਾ ਕਿ ਚਰਚਾ ਹੋਣੀ ਚਾਹੀਦੀ ਖੇਤੀਬਾੜੀ ਕਾਨੂੰਨਾਂ ਤੇ। ਤੁਹਾਡਾ ਕੀ ਮੰਨਣਾ ਇਸ ਚੀਜ਼ ਨੂੰ ਲੈ ਕੇ? ਬਿਲਕੁਲ, ਮੈਂ ਤਾਂ ਕਹਿੰਦਾ ਕਿ ਖੇਤੀਬਾੜੀ ਤੋਂ ਬਿਨਾਂ ਹੋਰ ਕੋਈ ਕਿਸੇ ਵੀ ਪਾਰਟੀ ਨੂੰ ਕੋਈ ਅਰਜਨਮੈਂਟ ਮੋਸ਼ਨ ਦੇਣੇ ਨਹੀਂ ਚਾਹੀਦਾ। ਖੇਤੀਬਾੜੀ ਸਭ ਤੋਂ ਵੱਡੀ ਚੀਜ਼ ਹੈ। ਕਿਸੇ ਦਾ ਫੋਨ ਟੈਪ ਹੋ ਗਿਆ ਜਾਂ ਸੂਸੀ ਹੋ ਗਈ, ਬਾਅਦ 'ਚ ਦੇਖ ਲਾਂਗੇ ਉਹਨੂੰ। ਇੱਕ ਵਾਰੀ ਪਹਿਲਾਂ ਅਸੀਂ ਦੇਸ਼ ਦੇ ਅੰਨਦਾਤੇ ਦਾ ਧਿਆਨ ਕਰੀਏ। ਉਹ ਵੀ ਆਪਣੀ ਸੰਸਦ ਲਾ ਰਹੇ ਨੇ ਜੰਤਰ ਮੰਤਰ ਤੇ, ਠੀਕ ਹੈ ਨਾ। ਸੋ ਇਸ ਕਰਕੇ ਇਹ ਜਿਹੜੇ ਇੱਧਰ ਉੱਧਰ ਦੇ ਬਿਜ਼ਨਸ ਨੇ ਉਹਨਾਂ ਨੂੰ ਕੰਮ ਰੋਕੂ ਮਤਾ ਕਹਿੰਦੇ ਨੇ ਕਿ ਬਾਕੀ ਸਾਰੇ ਕੰਮ ਰੋਕ ਕੇ ਸਿਰਫ ਖੇਤੀ ਦੇ ਕਾਨੂੰਨ ਨੂੰ ਵਾਪਸ ਲੈਣ ਲਈ ਚਰਚਾ ਕਰੋ। ਭਗਵੰਤ ਮਾਨ ਹੁਣੀ ਜਾਣਗੇ ਕਿਸਾਨਾਂ ਵਾਲੀ ਸੰਸਦ 'ਚ? ਨਹੀਂ, ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਅੰਦਰ, ਮੇਰੀ ਜ਼ਿੰਮੇਵਾਰੀ ਲਾਈ ਹੋਈ ਹੈ, ਮੈਂ ਅੰਦਰ ਆਵਾਜ਼ ਉਠਾ ਰਿਹਾ, ਹਰ ਰੋਜ਼ ਉਠਾ ਰਿਹਾ। ਹੁਣ ਵੀ ਜਾ ਕੇ ਨਾਅਰੇ ਲਾਵਾਂਗੇ, ਸਪੀਕਰ ਦੇ ਕੰਨ 'ਚ ਤੇ ਸਰਕਾਰ ਦੇ ਕੰਨ 'ਚ ਆਵਾਜ਼ ਪਹੁੰਚਾਵਾਂਗੇ ਕਿ ਤਿੰਨੇ ਕਾਨੂੰਨ ਵਾਪਸ ਲੈ ਲਓ, ਤਾਂ ਕਿ ਕਿਸਾਨ ਜਿਹੜੇ ਨੇ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਜਾਣ ਤੇ ਉਹ ਟਰੈਕਟਰ ਜਿਹੜੇ ਨੇ ਉਹਨਾਂ ਦੇ ਮੂੰਹ ਦਿੱਲੀ ਵੱਲ ਨੇ, ਉਹਨਾਂ ਦੇ ਮੂੰਹ ਆਪਣੇ ਖੇਤਾਂ ਵੱਲ ਹੋ ਜਾਣ। ਇਹ ਤਖਤੀ ਨਾਲ ਹੀ ਜਾਊਗੀ ਪਾਰਲੀਮੈਂਟ? ਇਹ ਤਾਂ ਪੱਕਾ ਹੀ ਹੈ ਜੀ। ਹੁਣ ਜਿੰਨਾ ਚਿਰ ਸਰਕਾਰ ਕੋਈ ਪੁਖਤਾ ਜਵਾਬ ਨਹੀਂ ਦਿੰਦੀ, ਜਿੰਨਾ ਚਿਰ ਤੋਮਰ ਸਾਹਿਬ ਕਹਿੰਦੇ ਹੁੰਦੇ ਨੇ ਕਿ ਗੱਲਬਾਤ ਲਈ ਤਿਆਰ ਹਾਂ, ਪਰ ਕਾਨੂੰਨ ਰੱਦ ਕਰਨ ਦੀ ਗੱਲ ਨਾ ਕਰਿਓ। ਫਿਰ ਗੱਲਬਾਤ ਕਾਹਦੀ ਕਰਨੀ ਹੈ? ਫਿਰ ਜੇ ਤੁਸੀਂ ਉਸ ਵਿਸ਼ੇ ਤੇ ਨਹੀਂ ਆਉਣਾ ਵੀ ਜਿਹੜੇ ਵਿਸ਼ੇ ਤੇ ਉਹ ਬੈਠੇ ਨੇ, ਫਿਰ 11-12 ਮੀਟਿੰਗਾਂ ਹੋ ਗਈਆਂ। ਸਰਕਾਰ ਕਹਿ ਰਹੀ ਹੈ ਕਿ ਕਾਨੂੰਨ ਰੱਦ ਨਹੀਂ ਹੋਣਗੇ, ਹੋਰ ਜਿਸ ਮਰਜ਼ੀ ਚਰਚਾ ਕਰ ਲਓ, ਸੋਧ ਕਰ ਲਾਂਗੇ ਅਸੀਂ। ਕਿਸਾਨ ਕਹਿੰਦੇ ਕਿ ਰੱਦ ਕਰਾਏ ਬਿਨਾਂ ਅਸੀਂ ਵਾਪਸ ਮੁੜਨਾ ਨਹੀਂ। ਫਿਰ ਮਸਲੇ ਦਾ ਹੱਲ ਨਜ਼ਰ ਕੀ ਆਉਂਦਾ? ਸਰਕਾਰ ਦਾ ਅੜੀਅਲ ਰਵੱਈਆ ਨਜ਼ਰ ਆ ਰਿਹਾ, ਕਿਉਂਕਿ 11-12 ਮੀਟਿੰਗਾਂ ਹੋ ਗਈਆਂ, ਮੀਟਿੰਗਾਂ ਦੇ ਵਿੱਚ ਵੀ ਕੋਈ ਸਿੱਟਾ ਨਿਕਲਦਾ ਨਜ਼ਰ ਨਹੀਂ ਆਇਆ। ਦੇਖੋ, ਕਹਿੰਦੇ ਸੋਧਾਂ ਜਿੰਨੀਆਂ ਮਰਜ਼ੀ ਕਰਾ ਲਓ, ਇਹਦਾ ਮਤਲਬ ਇਹ ਗੱਲ ਮੰਨਦੇ ਨੇ ਕਿ ਕਾਨੂੰਨ ਦੇ ਵਿੱਚ ਕਮੀਆਂ ਨੇ। ਤੁਸੀਂ ਇੱਕ ਵਾਰ ਕਾਨੂੰਨ ਵਾਪਸ ਲੈ ਲਓ, ਬਾਅਦ ਦੇ ਵਿੱਚ ਤੁਸੀਂ ਜੇ ਬਣਾਉਣਾ ਵੀ ਹੈ ਦੁਬਾਰਾ ਤਾਂ ਕਿਸਾਨ ਯੂਨੀਅਨਾਂ ਨੂੰ, ਕਿਸਾਨਾਂ ਦੇ ਜਿਹੜੇ ਵਿਦਵਾਨ ਨੇ, ਖੇਤੀ ਦੇ ਮਾਹਿਰ ਨੇ, ਉਹਨਾਂ ਨਾਲ ਵਿਚਾਰ ਵਟਾਂਦਰਾ ਕਰਕੇ ਦੁਬਾਰੇ ਕਰ ਲਓ। ਇਹ 'ਚ ਕਿਹੜੀ ਗੱਲ ਹੈ ਕਿ ਤੁਸੀਂ ਵਾਪਸ ਨਹੀਂ ਲੈ ਰਹੇ? ਕਿਉਂ ਨਹੀਂ ਲੈ ਸਕਦੇ? ਕਿਸੇ ਅਮਰੀਕਾ ਦਾ ਦਵਾ ਹੈ? ਆਪਣੇ ਬਥੇਰੀ ਵਾਰੀ ਸਰਕਾਰਾਂ ਤੋਂ ਗਲਤ ਕਾਨੂੰਨ ਬਣੇ ਨੇ, ਵਾਪਸ ਵੀ ਹੋਏ ਨੇ। ਇਹ 'ਚ ਕਿਹੜੀ ਗੱਲ ਹੈ? ਸੋਧਾਂ ਵੀ ਕੀਤੀਆਂ ਬਹੁਤ ਸਾਰੀਆਂ, ਸੰਵਿਧਾਨ 'ਚ ਸੋਧਾਂ ਕਰਤੀਆਂ ਕਿੰਨੀਆਂ, ਠੀਕ ਹੈ ਨਾ। ਪਰ ਉਹ ਡਿਸਕਸ ਕਰਕੇ ਹੁੰਦੀਆਂ ਨੇ ਨਾ। ਇਹ ਥੋੜੀ, ਜਦੋਂ ਵੀ ਕਿਤੇ ਕਾਨੂੰਨ ਬਣਦਾ ਲੋਕ ਬਰਫੀਆਂ ਲੱਡੂ ਵੰਡਦੇ ਨੇ। ਇੱਥੇ ਜਦੋਂ ਕਾਨੂੰਨ ਬਣਦਾ ਬੀਜੇਪੀ ਸਰਕਾਰ 'ਚ, ਲੋਕ ਸੜਕਾਂ ਤੇ ਆ ਕੇ ਨਾਅਰੇ ਲਾਉਂਦੇ ਨੇ। ਕਿਸ ਦਿਨ ਅੰਦੋਲਨ ਹੋਇਆ ਸੀ ਮੈਨੂੰ ਦੱਸੋ ਬਿਕਰਮ ਜੀ, ਵੀ ਪੂਰੇ ਦੇਸ਼ ਦੇ ਕਿਸਾਨਾਂ ਨੇ ਅੰਦੋਲਨ ਕੀਤਾ ਵੀ ਆਹ ਕਾਨੂੰਨ ਲੈ ਕੇ ਆਓ, ਨਹੀਂ ਅਸੀਂ ਤਾਂ ਮਰ ਜਾਾਂਗੇ। ਐਵੇਂ ਆਪਣੇ ਵੱਲੋਂ ਬਣਾਇਆ, ਐਵੇਂ ਪੂੰਜੀਪਤੀਆਂ ਲਈ ਬਣਾਇਆ। ਸੋ ਇਸ ਕਰਕੇ ਇਹ ਜਿਹੜਾ ਅਰੀਅਲ ਰਵੱਈਆ ਛੱਡਣਾ ਪਊਗਾ। ਹੰਕਾਰ ਦਾ ਸਿਰ ਨੀਵਾਂ ਹੁੰਦਾ। ਪ੍ਰਧਾਨ ਮੰਤਰੀ ਮੋਦੀ ਜੀ ਨੂੰ ਮੈਂ ਬੇਨਤੀ ਕਰਦਾ, ਤੁਸੀਂ ਮਨ ਕੀ ਬਾਤ ਕਰਦੇ ਹੋ ਹਰ ਮਹੀਨੇ ਦੇ ਐਤਵਾਰ, ਚੌਥੇ ਐਤਵਾਰ ਨੂੰ। ਤੁਹਾਡੇ ਮਨ ਕੀ ਬਾਤ ਤਾਂ ਲੋਕਾਂ ਨੇ ਸੁਣ ਲਈ, ਤੁਹਾਨੂੰ 2 ਵਾਰੀ ਪ੍ਰਧਾਨ ਮੰਤਰੀ ਬਣਾਤਾ। ਹੁਣ ਕਿਸਾਨਾਂ ਦੀ, ਦੇਸ਼ ਦੇ ਨਾਗਰਿਕਾਂ ਦੀ, ਬੇਰੁਜ਼ਗਾਰਾਂ ਦੀ, ਉਹਨਾਂ ਦੀ ਮਨ ਕੀ ਬਾਤ ਸੁਣੋ। ਤੁਸੀਂ ਇੱਕ ਕਵਿਤਾ ਵੀ ਗਾਈ ਸੀ, ਬਹੁਤ ਵਾਇਰਲ ਹੋਈ ਸੀ, ਉਸ ਦਾ ਜਵਾਬ ਮਿਲਿਆ। ਤੁਸੀਂ ਕਿਹਾ ਸੀਗਾ ਕਿ ਮੋਦੀ ਜੀ ਅਬ ਤੋਂ ਬਤਾਓ ਅੱਛੇ ਦਿਨ ਕਬ ਆने वाले हैं? ਜਵਾਬ ਤਾਂ ਦੇਣਗੇ ਜੇ ਅੱਛੇ ਦਿਨ ਆਉਣਗੇ ਨਾ। ਅੱਛੇ ਦਿਨ ਕਿੱਥੇ ਨੇ? ਹਾਂ, ਮੋਦੀ ਹੋਰਾਂ ਦੇ ਅੱਛੇ ਦਿਨ ਆ ਗਏ, ਪਰ ਕੋਈ ਗੱਲ ਨਹੀਂ, ਜੇ ਲੋਕਾਂ ਦੇ ਨਹੀਂ ਅੱਛੇ ਦਿਨ ਆਏ ਫਿਰ ਰਹਿਣ ਅਸੀਂ ਇਹਨਾਂ ਦੇ ਵੀ ਨਹੀਂ ਦਿੰਦੇ। ਅਸੀਂ ਆਪਣਾ ਜ਼ੋਰਦਾਰ ਹੰਗਾਮਾ ਕਰਾਂਗੇ। ਅਸੀਂ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਂਦੇ ਰਵਾਂਗੇ। ਸਿੱਧੂ ਨੂੰ ਲੈ ਕੇ ਇੱਕ ਆਖਰੀ ਸਵਾਲ ਹੈ ਮੇਰਾ। ਸਿੱਧੂ ਹੁਣੀ ਕਹਿੰਦੇ ਕਿ ਪ੍ਰਧਾਨ ਬਣਨ ਤੋਂ ਬਾਅਦ ਉਹਨਾਂ ਨੇ ਸਪੀਚ ਦਿੱਤੀ, ਕਿਸਾਨੀ ਦਾ ਮੁੱਦਾ ਉਠਾਇਆ। ਉਹ ਕਹਿੰਦੇ ਮੈਂ ਤਾਂ ਨੰਗੇ ਪੈਰੀ ਜਾਣ ਨੂੰ ਤਿਆਰ ਹਾਂ, ਮੈਨੂੰ ਬੁਲਾਓ ਤਾਂ ਸਹੀ ਇੱਕ ਵਾਰ। ਨਵਜੋਤ ਸਿੱਧੂ ਹੁਣੀ ਵੀ ਕਹਿੰਦੇ ਕਿ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਹਾਂ। ਦੇਖੋ, ਇਹ ਤਾਂ ਕੱਲ ਰਾਹੁਲ ਗਾਂਧੀ ਵੀ ਟਰੈਕਟਰ ਲੈ ਕੇ ਆਏ ਸੀ, ਠੀਕ ਹੈ ਨਾ। ਤੋ ਉਹ ਤਾਂ ਮਤਲਬ ਕੈਪਟਨ ਸਾਹਿਬ ਨੂੰ ਚਾਹੀਦਾ ਕਿ ਸਿੱਧੂ ਸਾਹਿਬ ਨੂੰ ਚਾਹੀਦਾ ਕਿ ਉਹ ਕੈਪਟਨ ਸਾਹਿਬ ਨੂੰ ਕਹਿਣ, ਕਿਉਂਕਿ ਪ੍ਰਧਾਨ ਜਿਹੜਾ ਉਹ ਸਰਕਾਰ ਤੋਂ ਵੱਡਾ ਹੁੰਦਾ ਹੈ, ਤੇ ਪ੍ਰਧਾਨ ਸਾਹਿਬ ਇਹ ਕਹਿਣ ਕੈਪਟਨ ਸਾਹਿਬ ਨੂੰ ਕਿ ਵਿਧਾਨ ਸਭਾ ਸੈਸ਼ਨ ਬੁਲਾ ਕੇ ਰੱਦ ਕਰੋ ਜਿਹੜਾ ਪਹਿਲਾਂ ਕੀਤਾ ਸੀ ਨਾ ਡਰਾਮਾ। ਉਹਦਾ ਅਮੈਂਡਮੈਂਟ ਸੀ, ਸੋਧ, ਕਿ ਪੰਜਾਬ ਅਮੈਂਡਮੈਂਟ ਐਕਟ, ਠੀਕ ਹੈ ਨਾ। ਉਹ ਪੰਜਾਬ ਵੱਲੋਂ ਸੋਧ ਕਰਤੀ। ਕਿਉਂ ਕਰਨਗੇ ਸੋਧ ਜੀ? ਉਹ ਰਾਸ਼ਟਰਪਤੀ ਤੱਕ ਭੇਜੇ ਨਹੀਂ ਰਾਜਪਾਲ ਨੇ ਹਜੇ ਤੱਕ। ਸੋ ਇਸ ਕਰਕੇ ਜਿਹੜੇ ਟਵੀਟ ਕੀਤੇ ਸੀ ਸਿੱਧੂ ਸਾਹਿਬ, ਹੁਣ ਉਹਨਾਂ ਨੂੰ ਲਾਗੂ ਕਰਾਉਣ ਦਾ ਟਾਈਮ ਹੈ। ਬਹੁਤ ਧੰਨਵਾਦ। ਧੰਨਵਾਦ।
ਸੋ ਭਗਵੰਤ ਮਾਨ ਸਾਡੇ ਨਾਲ ਮੌਜੂਦ ਸਨ। ਭਗਵੰਤ ਮਾਨ ਤਖਤੀ ਲੈ ਕੇ ਜਾ ਰਹੇ ਨੇ ਕਿ ਕਾਲੇ ਕਾਨੂੰਨ ਵਾਪਸ ਕਰੋ, ਔਰ ਨਾਲ ਹੀ ਕਹਿ ਰਹੇ ਨੇ ਕਿ ਅਸੀਂ ਅੱਜ ਵੀ ਸਰਕਾਰ ਨੂੰ ਉਸੇ ਮੁੱਦੇ ਤੇ ਹੀ ਘੇਰਾਂਗੇ ਕਿ ਕੇਂਦਰ ਸਰਕਾਰ ਖੇਤੀਬਾੜੀ ਕਾਨੂੰਨ ਵਾਪਸ ਲਵੇ। ਤੇ ਨਾਲ ਹੀ ਕਹਿ ਰਹੇ ਨੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਹੋਵੇ, ਜਿੰਨੀਆਂ ਵੀ ਪਾਰਟੀਆਂ ਨੇ, ਜਿਹੜੇ ਲੋਕ ਉਸ ਸਮੇਂ ਵਾਕਆਊਟ ਕਰ ਰਹੇ ਸੀ ਜਾਂ ਜਿਨ੍ਹਾਂ ਨੇ ਤਾਰੀਫਾਂ ਕੀਤੀਆਂ ਸੀ ਕਿ ਸਰਕਾਰ ਬਹੁਤ ਚੰਗੇ ਕਾਨੂੰਨ ਲੈ ਕੇ ਆਈ ਹੈ, ਉਹ ਲੋਕ ਵੀ ਅੱਜ ਵਿਰੋਧ ਦੇ ਵਿੱਚ ਖੜੇ ਆ ਕਿਉਂਕਿ ਕਿਸਾਨਾਂ ਦਾ ਦਬਾਅ ਹੈ। ਇਸ ਕਰਕੇ ਭਗਵੰਤ ਮਾਨ ਹੁਣੀ ਕਹਿੰਦੇ ਕਿ ਜੇ ਇਹ ਲੋਕ ਉਦੋਂ ਹੀ ਵਿਰੋਧ ਕਰਦੇ ਤਾਂ ਸ਼ਾਇਦ ਸਰਕਾਰ ਖੇਤੀਬਾੜੀ ਕਾਨੂੰਨ ਲੈ ਕੇ ਨਾ ਆਉਂਦੀ। ਕੈਮਰਾਮੈਨ ਸ਼ਮਸ਼ੇਰ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਦਿੱਲੀ।